ਜਾਂ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਕਿਸਾਨ ਵਿਰੋਧੀ ਆਪਦਾ ਮਤਲਬ ਕੁਝ ਥੋੜਾ ਰੁਖ ਦਿਖਾਇਆ ਹੈ। ਇਹ ਬੀਜੇਪੀ ਸੁਪਰੀਮ ਕੋਰਟ ਦੇ ਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੋਢੇ ਤੇ ਰੱਖ ਕੇ ਆਪਦੀ ਗੋਲੀ ਚਲਾਉਣੀ ਚਾਹੁੰਦੀ ਹੈ। ਨਾਲ ਦੀ ਨਾਲ ਯੂਥ ਨੂੰ ਅਵੇਅਰ ਕਰਕੇ ਅਸੀਂ ਇੱਕ ਕਮੇਟੀ ਬਣਾ ਕੇ ਅੰਦੋਲਨ ਦੇ ਨਾਲ ਯੂਥ ਨੂੰ ਜੋੜਨ ਦੀ ਸਾਡੀ ਇੱਕ ਯਤਨ ਹੈ। ਅਕਾਲੀ ਦਲ ਤਾਂ ਉਹਨਾਂ ਦੇ ਸਾਥੀ ਰਹੇ ਨੇ, ਉਹਨਾਂ ਦੇ ਖਿਲਾਫ ਗੁੱਸਾ ਆਉਣਾ ਸੁਭਾਵਿਕ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਕਾਨੂੰਨਾਂ ਨੂੰ ਬੈਕਡੋਰ ਤੋਂ ਲਾਗੂ ਕਰ ਰਹੇ ਨੇ, ਉਹਨਾਂ ਦੇ ਖਿਲਾਫ ਗੁੱਸਾ ਆਉਣਾ ਸੁਭਾਵਿਕ ਹੈ। ਸਾਡਾ ਸੱਭਿਆਚਾਰ ਪੂਰੀ ਤਰ੍ਹਾਂ ਮਤਲਬ ਬਰਬਾਦ ਹੋ ਚੱਲਿਆ ਸੀ ਔਰ ਸਾਡੇ ਗਾਣਿਆਂ ਦੇ ਵਿੱਚ ਉਹ ਗੰਦ ਨਿਕਲ ਗਿਆ। ਅੱਜ ਕਿਸਾਨੀ ਦੇ ਗਾਣੇ ਆਉਣੇ ਸ਼ੁਰੂ ਹੋ ਗਏ। ਇਸ ਅੰਦੋਲਨ ਨੇ ਘੱਟੋ ਘੱਟ ਇੱਕ ਪੀੜ੍ਹੀ ਸਾਡੀ ਜਿਹੜੀ ਅਗਲੀ ਹੈ ਉਹ ਪੀੜ੍ਹੀ ਬਚਾਤੀ। ਕਿਸਾਨਾਂ ਤੋਂ ਜਮਾਬੰਦੀਆਂ ਮੰਗੀਆਂ ਜਾ ਰਿਹਾ, ਕਿਹਾ ਵੀ ਇਹ ਜਾ ਰਿਹਾ ਕਿ ਝੋਨੇ ਦੀ ਆਉਣ ਵਾਲੀ ਫਸਲ ਤੇ ਇੱਕ ਲਿਮਟ ਬਣ ਦਿੱਤੀ ਜਾਊ ਕਿ ਇੰਨਾ ਹੀ ਏਕੜ ਵਾਲੇ ਤੋਂ ਇੰਨਾ ਹੀ ਝੋਨਾ ਖਰੀਦਣਾ। ਉਹਦਾ ਫਿਰ ਕਿਵੇਂ ਜਿਹੜਾ ਅੱਗੇ ਜਾ ਕੇ ਕਿਸਾਨਾਂ ਨੂੰ ਤੁਸੀਂ ਬਤਾ ਉਹ ਲੋਕਾਂ ਨੂੰ ਇੱਕ ਤਰ੍ਹਾਂ ਦਾ ਭੁਲੇਖਾ ਪਾਉਣ ਵਾਸਤੇ ਗੈਟ ਨੂੰ ਟੇਢੇ ਢੰਗ ਨਾਲ ਲਾਗੂ ਕਰਨ ਦੀ ਇੱਕ ਸਾਜ਼ਿਸ਼ ਹੈ। ਤਾਂ ਉਹਨਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਬੀਜੇਪੀ ਦੀ ਪਪੂਲੈਰਿਟੀ ਹੈ ਜਿਹੜੀ 66% ਤੋਂ ਘਟ ਕੇ 24% ਤੇ ਆ ਗਈ ਇਸ ਅੰਦੋਲਨ ਦੀ ਬਦੌਲਤ। ਬੀਜੇਪੀ, ਕੈਪਟਨ ਅਮਰਿੰਦਰ, ਅਕਾਲੀ ਦਲ ਵਾਲੇ ਇਹ ਸਾਰੇ ਰਲ ਮਿਲ ਕੇ ਇੱਕ ਗੇਮ ਖੇਡ ਰਹੇ ਆ। ਤਾਂ ਘੱਟੋ ਘੱਟ ਜੇ ਮੇਰੇ ਛਿੱਤਰ ਵੱਜ ਜਾਣ ਚਾਰ ਤਾਂ ਮੈਂ ਜ਼ਰੂਰ ਬੀਜੇਪੀ ਦੀ ਹਾਇਰ ਜਿਹੜੀ ਅਥਾਰਟੀਜ਼ ਨੇ, ਲੀਡਰਸ਼ਿਪ ਹੈ ਜਿਹੜੀ, ਉਹਨਾਂ ਦੀ ਨਿਗਾਹ 'ਚ ਆ ਜਾ। ਹੋ ਸਕਦਾ ਇਹ ਭਾਵਨਾ ਹੋਵੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਕਿਸਾਨੀ ਅੰਦੋਲਨ 10ਵੇਂ ਮਹੀਨੇ ਦੇ ਵਿੱਚ ਦਾਖਲ ਹੋਣ ਵਾਲਾ ਹੈ ਤੇ ਕਿਸਾਨੀ ਬਿੱਲਾਂ ਨੂੰ ਕੱਲ੍ਹ ਪੂਰਾ ਸਾਲ ਹੋ ਜਾਵੇਗਾ ਪਾਸ ਹੋਇਆ ਨੂੰ। ਤੇ ਜਿਸ ਤੋਂ ਬਾਅਦ ਲਗਾਤਾਰ ਕਿਸਾਨੀ ਮੋਰਚਾ ਵੀ ਲੱਗਿਆ ਹੋਇਆ ਤੇ ਕਿਸਾਨ ਆਗੂ ਵੀ ਲਗਾਤਾਰ ਮੋਰਚਿਆਂ ਤੇ ਡਟੇ ਹੋਏ ਆ ਤੇ ਨਾਲ ਹੀ ਉਹ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸਾਨਾਂ ਨੂੰ ਲਾਮਬੰਦ ਕਰਨ ਦੇ ਲਈ, ਮੋਰਚੇ ਨੂੰ ਹੋਰ ਤਕੜਾ ਕਰਨ ਦੇ ਲਈ ਲਗਾਤਾਰ ਕਿਸਾਨ ਮਹਾਪੰਚਾਇਤਾਂ ਕਰ ਰਿਹਾ ਹੈ, ਰੈਲੀਆਂ ਕਰ ਰਿਹਾ ਹੈ, ਨੁੱਕੜ ਮੀਟਿੰਗਾਂ ਕਰ ਰਿਹਾ। ਜਿਸ ਹਿਸਾਬ ਨਾਲ ਵੀ ਚੇਤਨਤਾ ਵਧਾਈ ਜਾ ਸਕੇ ਉਸ ਹਿਸਾਬ ਨਾਲ ਉਹ ਕੰਮ ਕਰ ਰਹੇ ਆ। ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ, ਉਹ ਕੀ ਅੱਗੇ ਦਾ ਪਲਾਨ ਹੈ? ਡੱਲੇਵਾਲ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਆਪ ਜੀ ਦਾ, ਆਪ ਦੇ ਚੈਨਲ ਦਾ। ਡੱਲੇਵਾਲ ਸਾਹਿਬ, ਕਿਸਾਨ ਮਹਾਪੰਚਾਇਤ ਹੋਈ ਮੁਜ਼ੱਫਰਨਗਰ, ਉਸ ਤੋਂ ਬਾਅਦ ਕਰਨਾਲ ਹੋਈ, ਹੁਣ ਲਗਾਤਾਰ ਨੁੱਕੜ ਮੀਟਿੰਗਾਂ ਹੋ ਰਹੀਆਂ। ਕਿਵੇਂ ਪਿੰਡਾਂ ਦੇ ਵਿੱਚੋਂ, ਲੋਕਾਂ 'ਚੋਂ ਪਹਿਲਾਂ ਵਰਗੇ ਮਾਹੌਲ ਆ ਜਾਂ ਕੁਝ ਬਦਲਾਅ ਲੱਗਦਾ? ਨਹੀਂ, ਦੇਖੋ, ਜਿਹੜੇ ਹਾਲਾਤ ਹੁੰਦੇ ਨਾ ਜੀ ਮੋਰਚੇ ਦੇ, ਹਾਂਜੀ, ਕਈ ਵਾਰੀ ਮੋਰਚੇ ਦੇ ਹਾਲਾਤਾਂ ਨੂੰ ਭਾਪਦਿਆਂ ਹਾਂਜੀ, ਸਾਨੂੰ ਇਹ ਜਿਹਾ ਕੁਝ ਕਰਨ ਦੀ ਲੋੜ ਪੈਂਦੀ ਹੈ। ਜਿਵੇਂ ਕਿ ਹੁਣ ਸੁਪਰੀਮ ਕੋਰਟ ਨੇ ਵੀ ਆਪਦਾ ਰੁਖ ਜ਼ਾਹਰ ਕੀਤਾ ਹੈ, ਹਾਂਜੀ, ਜਾਂ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਕਿਸਾਨ ਵਿਰੋਧੀ ਆਪਦਾ ਮਤਲਬ ਕੁਝ ਥੋੜਾ ਰੁਖ ਦਿਖਾਇਆ ਹੈ। ਉਹਦੇ 'ਚੋਂ ਕਿ ਅਸੀਂ ਸਮਝਦੇ ਹਾਂ ਕਿ ਕਿਸੇ ਵੀ ਕੀਮਤ ਦੇ ਉੱਤੇ, ਚਾਹੇ ਦੇਖੋ ਸਾਡੇ ਮਨ ਦੇ ਵਿੱਚ ਸੁਪਰੀਮ ਕੋਰਟ ਦਾ ਬਹੁਤ ਸਤਿਕਾਰ ਹੈ, ਠੀਕ ਹੈ, ਪਰ ਸੁਪਰੀਮ ਕੋਰਟ ਦਾ ਕਿਤੇ ਨਾ ਕਿਤੇ ਸਾਡੇ ਅੰਦਰ ਇੱਕ ਨਿਰਾਸ਼ਤਾ ਆਈ ਹੈ ਕਿ ਜਿਵੇਂ ਪਿੱਛੇ ਇੱਕ ਕਮੇਟੀ ਬਣੀ, ਉਸ ਕਮੇਟੀ ਦੇ ਵਿੱਚ ਸੁਪਰੀਮ ਕੋਰਟ ਨੇ ਚਾਰੇ ਵਿਅਕਤੀ ਉਹ ਪਾਏ ਜਿਹੜੇ ਇਹਨਾਂ ਕਾਨੂੰਨਾਂ ਦੇ ਪੱਖ 'ਚ ਲਿਖਦੇ ਰਹੇ, ਪੱਖ 'ਚ ਬੋਲਦੇ ਰਹੇ। ਤਾਂ ਉਹ ਜੇਕਰ ਸਾਡੀਆਂ ਸੁਪਰੀਮ ਕੋਰਟ ਅਜਿਹਾ ਕੁਝ ਕਰਦੀ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਦੀ ਹੈ। ਉਹਦੇ 'ਚੋਂ ਅੱਜ ਅਸੀਂ ਸਮਝਦੇ ਹਾਂ ਕਿ ਕਿਤੇ ਨਾ ਕਿਤੇ ਲੱਗਦਾ ਹੈ ਕਿ ਬੀਜੇਪੀ ਸੁਪਰੀਮ ਕੋਰਟ ਦੇ ਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੋਢੇ ਤੇ ਰੱਖ ਕੇ ਆਪਦੀ ਗੋਲੀ ਚਲਾਉਣੀ ਚਾਹੁੰਦੀ ਹੈ, ਇਸ ਅੰਦੋਲਨ ਨੂੰ ਤੋੜਨਾ ਚਾਹੁੰਦੀ ਹੈ। ਉਹਦੇ 'ਚੋਂ ਸਾਡੀ ਇੱਕ ਭਾਵਨਾ ਸੀਗੀ ਕਿ ਲੋਕਾਂ ਨੂੰ ਚੇਤਨ ਕੀਤਾ ਜਾਏ, ਲੋਕਾਂ ਨੂੰ ਦੱਸਿਆ ਜਾਏ, ਲੋਕਾਂ ਨੂੰ ਇਸ ਅੰਦੋਲਨ ਦੇ ਵਿੱਚ ਮੁੜ ਦੁਬਾਰਾ ਸ਼ਾਮਲ ਕੀਤਾ ਜਾਏ। ਦੂਸਰੀ ਨਾਲ ਇਹ ਤੇ ਵੱਡੀ ਗੱਲ ਇਹ ਸੀ ਸਾਡੀ ਕਿ ਦੇਖੋ, ਇਹ ਜਿਹੜੇ ਕਾਨੂੰਨ ਨੇ ਇਹ ਗੈਟ 'ਚੋਂ ਨਿਕਲ ਕੇ ਆਏ ਕਾਨੂੰਨ ਹੈ। ਇਹ ਕਾਨੂੰਨਾਂ ਦੇ ਮਗਰਲੇ ਪਾਸੇ ਇੱਕ ਬਹੁਤ ਲੰਬੀ ਸਾਜ਼ਿਸ਼ ਹੈ। ਜਿਵੇਂ 1951 ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਸੋਧਾਂ ਹੋਈਆਂ, ਉਹਨਾਂ ਦਾ ਵੀ ਪਰਪਸ ਇਹੀ ਸੀ ਕਿ ਕਿਸਾਨ ਆਪਦੀ ਫਸਲ ਦਾ ਭਾਅ ਨਾ ਲੈ ਸਕਣ।
1955 ਦੇ ਵਿੱਚ ਜਾ ਕੇ ਫਿਰ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਇਹਦੇ ਵਿੱਚ ਬਣਾ ਦੇਣਾ, ਉਹਦੇ 'ਚ ਖੇਤੀ ਦੇ ਵਸਤਾਂ ਨੂੰ ਜੋੜ ਦੇਣਾ, ਉਹਦੇ ਉਦੋਂ ਗਾਂ ਇਹਨੂੰ ਇਸ 1951 ਦੀ ਸੋਧ ਵਾਲੇ ਅਧਿਆਇ ਨਾਲ ਜੋੜ ਦੇਣਾ। ਇਹ ਆਪਣੇ ਆਪ ਦੇ ਵਿੱਚ ਇੱਕ ਰਸਤਾ ਬੰਦ ਕੀਤਾ ਕਿਸਾਨਾਂ ਦਾ ਕਿ ਕਿਸਾਨ ਆਪਦੀ ਫਸਲ ਦਾ ਭਾਅ ਲੈਣ ਲਈ ਕੋਰਟ ਨਾ ਜਾ ਸਕਣ। ਇਹ ਸਾਰੀਆਂ ਗੱਲਾਂ ਨੂੰ ਜੇ ਅਸੀਂ ਧਿਆਨ ਦੇ ਵਿੱਚ ਵਰਤਦੇ ਹਾਂ ਤਾਂ ਇੱਕ ਲੰਬੀ ਸਾਜ਼ਿਸ਼ ਸਾਹਮਣੇ ਆ ਰਹੀ ਹੈ, ਜਿਹਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਉਹਨਾਂ ਨੇ ਹੜੱਪਣ ਦੀ ਇੱਕ ਕੋਸ਼ਿਸ਼ ਹੈ, ਯਤਨਸ਼ੀਲ ਨੇ, ਜਿਹਦੇ 'ਚੋਂ ਕਿਸਾਨੀ ਨੂੰ ਅਵੇਅਰ ਕਰਨ ਦੀ ਬਹੁਤ ਲੋੜ ਹੈ। ਔਰ ਉਹ ਲੜਾਈ ਹੈ ਜਿਹੜੀ ਉਹ ਇੱਕ ਗੈਟ ਦੇ ਖਿਲਾਫ ਜਿਹੜੀ ਲੜਾਈ ਹੈ, ਉਹ ਸਮਝ ਲਓ ਅਮਰੀਕਾ ਵਰਗੇ ਧੜੱਲੇਦਾਰ ਮੁਲਕਾਂ ਦੇ ਖਿਲਾਫ ਲੜਾਈ ਹੈ। ਉਹ ਲੜਾਈ ਬਹੁਤ ਲੰਬੀ ਚੱਲਣੀ ਹੈ ਔਰ ਉਹ ਲੜਾਈ ਲੜਨ ਵਾਸਤੇ ਸਾਨੂੰ ਸਾਡੇ ਯੂਥ ਨੂੰ ਹੁਣੇ ਤੋਂ ਅਵੇਅਰ ਕਰਨਾ ਪੈਣਾ, ਉਹਨਾਂ ਨੂੰ ਅੰਦੋਲਨ ਦੇ ਵਿੱਚ ਸ਼ਾਮਲ ਕਰਨਾ ਪੈਣਾ, ਉਹਨਾਂ ਨੂੰ ਖਿਡਾਰੀ ਬਣਾਉਣਾ ਪੈਣਾ, ਅੰਦੋਲਨ ਦੇ ਦਾਅ ਪੇਚ ਸਿਖਾਉਣੇ ਪੈਣੇ ਆ। ਉਹ ਸਾਰੇ ਕੁਝ ਨੂੰ ਕਰਨ ਦੇ ਲਈ ਅਸੀਂ ਸਾਡੇ ਯੂਥ ਨੂੰ ਜਥੇਬੰਦੀ ਨਾਲ ਜੋੜਨ ਦੀ ਇੱਕ ਕੋਸ਼ਿਸ਼ ਕਰ ਰਹੇ ਹਾਂ। ਜਥੇਬੰਦੀ ਨਾਲ ਜੋੜ ਕੇ ਇੱਕ ਤਰ੍ਹਾਂ ਨਾਲ ਇਸ ਅੰਦੋਲਨ ਨਾਲ ਜੋੜਨ ਦੀ ਸਾਡੀ ਇੱਕ ਕੋਸ਼ਿਸ਼ ਹੈ, ਜਿਹੜੀ ਅਸੀਂ ਇੱਥੇ ਇਹ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਦਾ ਸੁਪਰੀਮ ਕੋਰਟ ਦਾ ਰਵੱਈਆ ਹੈ ਉਹਦੀ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਉਹਦੇ ਸਬੰਧ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਉਸ ਮੋਰਚੇ ਸ਼ਾਮਲ ਹੋਵੋ। ਨਾਲ ਦੀ ਨਾਲ ਯੂਥ ਨੂੰ ਅਵੇਅਰ ਕਰਕੇ ਅਸੀਂ ਇੱਕ ਕਮੇਟੀ ਬਣਾ ਕੇ ਅੰਦੋਲਨ ਦੇ ਨਾਲ ਯੂਥ ਨੂੰ ਜੋੜਨ ਦੀ ਸਾਡੀ ਇੱਕ ਯਤਨ ਹੈ, ਜਿਹੜਾ ਸਾਡਾ ਮਤਲਬ ਹੌਲੀ ਹੌਲੀ ਇਹ ਮਤਲਬ ਸਾਰਥਕ ਹੁੰਦਾ ਨਜ਼ਰ ਆ ਰਿਹਾ ਹੈ। ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਇੱਕ ਰਸਤਾ ਖੋਲ੍ਹ ਦਿੱਤਾ ਜਾਵੇ। ਅੱਜ ਇੱਕ ਰਸਤੇ ਦੀ ਗੱਲ ਹੈ, ਹੌਲੀ ਕਿਹਾ ਜਾਵੇਗਾ ਦੂਜਾ। ਕੀ ਮੰਨ ਲੈਣਗੇ ਕਿਸਾਨ ਜਥੇਬੰਦੀਆਂ ਗੱਲ? ਨਹੀਂ, ਮੈਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਨਹੀਂ ਕਹਿ ਰਹੀ। ਸੁਪਰੀਮ ਕੋਰਟ ਤੋਂ ਕਿਤੇ ਨਾ ਕਿਤੇ ਸਰਕਾਰ ਵੱਲੋਂ ਵਿੰਗੇ ਟੇਢੇ ਢੰਗ ਨਾਲ ਅਖਵਾਇਆ ਜਾ ਰਿਹਾ ਹੈ। ਠੀਕ ਹੈ। ਪਰ ਦੇਖੋ, ਜਦੋਂ ਲੋਕ ਆਪਦੇ ਹੱਕਾਂ ਦੀ ਲੜਾਈ ਲੜਦੇ ਹੋਣ ਤਾਂ ਸੁਪਰੀਮ ਕੋਰਟ ਦੀ ਜਿਹੜੀ ਕੰਟੈਂਪਟ ਪੈਣੀ ਹੈ ਸਾਡੇ ਤੇ, ਉਹਦੇ ਨਾਲ ਇਹੀ ਹੋਏਗਾ ਨਾ ਵੀ ਜੇਲ੍ਹ ਜਾਵਾਂਗੇ ਅਸੀਂ। ਬਿਲਕੁਲ। ਤੇ ਅਸੀਂ ਜੇਲ੍ਹ ਜਾਣ ਲਈ ਪਹਿਲਾਂ ਹੀ ਤਿਆਰ ਹਾਂ। ਸਾਨੂੰ ਇਹਨਾਂ ਗੱਲਾਂ ਤੋਂ ਡਰ ਕੇ ਤਾਂ ਅਸੀਂ ਆਪਦਾ ਅੰਦੋਲਨ ਕਮਜ਼ੋਰ ਨਹੀਂ ਕਰ ਸਕਦੇ। ਜੋ ਕੁਝ ਹੁੰਦਾ ਸਾਡੇ ਨਾਲ ਹੋਏਗਾ, ਲੇਕਿਨ ਫਿਰ ਵੀ ਇਹ ਮੋਰਚੇ ਦਾ ਫੈਸਲਾ ਹੈ, ਸੰਯੁਕਤ ਮੋਰਚੇ ਦਾ। ਮੇਰੀ ਆਪਦੀ ਰਾਏ ਚਾਹੇ ਕੋਈ ਵੀ ਹੋਵੇ, ਲੇਕਿਨ ਮੋਰਚੇ ਦੀ ਰਾਏ ਦੇ ਨਾਲ ਮੈਨੂੰ ਖੜਨਾ ਪਏਗਾ। ਇਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਕਰਾਂਗੇ, ਇਹ ਤੇ ਵਿਚਾਰ ਚਰਚਾ ਕਰਾਂਗੇ। ਤੁਹਾਡੀ ਪੋਲੀਟੀਕਲ ਪਾਰਟੀਆਂ ਨਾਲ ਮੀਟਿੰਗ ਹੋਈ, ਪਹਿਲੀ ਵਾਰ ਹੋਇਆ ਕਿ ਕਿਸਾਨ ਜਥੇਬੰਦੀਆਂ ਅੱਗੇ ਪੋਲੀਟੀਕਲ ਪਾਰਟੀਆਂ ਪੇਸ਼ ਹੋਈਆਂ, ਕੀ ਗੱਲਬਾਤ ਹੋਈ ਉਹਨਾਂ? ਦੇਖੋ, ਸਾਡੀ ਉਹਨਾਂ ਨੂੰ ਇਹੀ ਭਾਵਨਾ ਸੀ ਗੱਲ ਕਰਨ ਦਾ ਕਿ ਦੇਖੋ, ਪੰਜਾਬ ਦੇ ਹਾਲਾਤ ਨੇ ਜਿਹੜੇ ਇਹ ਦੂਸਰਿਆਂ ਨਾਲੋਂ ਵੱਖਰੇ ਨੇ। ਇਹਨਾਂ ਨੂੰ ਹੋਰ ਐਂਗਲ ਤੋਂ ਵੇਖਿਆ ਜਾ ਰਿਹਾ ਹੈ। ਜਦੋਂ ਪੰਜਾਬ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਹੋਰ ਐਂਗਲ ਤੋਂ ਵੇਖਿਆ ਜਾ ਰਿਹਾ ਹੋਵੇ ਤਾਂ ਉਦੋਂ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਪੰਜਾਬ ਦੇ ਹਾਲਾਤਾਂ ਨੂੰ ਠੀਕ ਰੱਖੀਏ। ਅੱਜ ਲੋਕਾਂ ਦੇ ਅੰਦਰ ਪੋਲੀਟੀਕਲ ਪਾਰਟੀਆਂ ਦੇ ਪ੍ਰਤੀ ਬੜਾ ਗੁੱਸਾ ਹੈ। ਅਕਾਲੀ ਦਲ ਤਾਂ ਉਹਨਾਂ ਦੇ ਸਾਥੀ ਰਹੇ ਨੇ, ਉਹਨਾਂ ਦੇ ਖਿਲਾਫ ਗੁੱਸਾ ਆਉਣਾ ਸੁਭਾਵਿਕ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਕਾਨੂੰਨਾਂ ਨੂੰ ਬੈਕਡੋਰ ਤੋਂ ਲਾਗੂ ਕਰ ਰਹੇ ਨੇ, ਉਹਨਾਂ ਦੇ ਖਿਲਾਫ ਗੁੱਸਾ ਆਉਣਾ ਸੁਭਾਵਿਕ ਹੈ। ਕੈਪਟਨ ਸਾਹਿਬ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਕਰਜ਼ਾ ਮਾਫ ਕਰੂੰਗਾ, ਨਹੀਂ ਕੀਤਾ। ਉਹ ਵੀ ਲੋਕਾਂ ਦੇ ਅੰਦਰ ਕਿਤੇ ਨਾ ਕਿਤੇ ਗੁੱਸਾ ਪਿਆ ਹੈ। ਬਿਲਕੁਲ। ਔਰ ਉਸ ਗੁੱਸੇ ਦੇ ਵਿੱਚੋਂ ਲੋਕ ਇਹਨਾਂ ਦਾ ਵਿਰੋਧ ਕਰਦੇ ਨੇ। ਇਸ ਕਰਕੇ ਅਸੀਂ ਸੋਚ ਰਹੇ ਸੀਗੇ ਕਿ ਇਹਨਾਂ ਦੇ ਨਾਲ ਗੱਲ ਕੀਤੀ ਜਾਏ ਕਿ ਭਾਈ, ਲੋਕਾਂ ਦੇ ਮਨਾਂ 'ਚ ਤੁਹਾਡੇ ਪ੍ਰਤੀ ਗੁੱਸਾ ਹੈ, ਇਸ ਗੁੱਸੇ ਦੇ ਨਾਲ ਕਿਤੇ ਹਾਲਾਤ ਵਿਗੜਨਗੇ ਪੰਜਾਬ ਦੇ। ਆਪਾਂ ਪੰਜਾਬ ਦੇ ਹਾਲਾਤਾਂ ਨੂੰ ਠੀਕ ਰੱਖਣਾ, ਜਿੱਥੇ ਸਾਡੀ ਜ਼ਿੰਮੇਵਾਰੀ ਹੈ ਉੱਥੇ ਤੁਹਾਡੀ ਵੀ ਜ਼ਿੰਮੇਵਾਰੀ ਹੈ। ਤੁਸੀਂ ਆਪਦੀ ਜ਼ਿੰਮੇਵਾਰੀ ਨਿਭਾਓ। ਹਜੇ ਬਹੁਤ ਲੰਬਾ ਸਮਾਂ ਪਿਆ। ਅੱਜੇ ਤੁਸੀਂ ਮਤਲਬ ਇਲੈਕਸ਼ਨਾਂ ਦੀ ਕੰਪੇਨ ਚਲਾਉਣ ਕਾਹਤੋਂ ਲੱਗ ਗਏ ਆ? ਇਹਨੂੰ ਆਪਦੇ ਨੂੰ ਬੰਦ ਕਰੋ। ਸਾਡੀ ਕੋਸ਼ਿਸ਼ ਵੀ ਇਹੀ ਸੀ ਔਰ ਅਸੀਂ ਉਹਨਾਂ ਨੂੰ ਕਿਹਾ ਵੀ ਇਹੀ ਹੈ। ਡੱਲੇਵਾਲ ਸਾਹਿਬ, ਪਹਿਲਾਂ ਕਿਸਾਨ ਜਥੇਬੰਦੀਆਂ ਅੰਦੋਲਨ ਤੋਂ ਪਹਿਲਾਂ ਜੇ ਗੱਲ ਕਰਨੀ ਹੋਵੇ, ਇਹੀ ਮਕਸਦ ਹੁੰਦਾ ਸੀ ਕਿ ਯਾਰੀ ਕੋਈ ਫਸਲ ਨਾ ਚੱਕੀ ਜਾਣੀ, ਉਹਦੇ ਲਈ ਧਰਨਾ ਲਗਾ ਲੈਣਾ, ਜਾਂ ਕੋਈ ਸੁਣਵਾਈ ਨਾ ਹੋਣੀ ਸਰਕਾਰੇ ਦੇ ਬਾਰੇ। ਹੁਣ ਆਗੂ ਤਾਂ ਪਹਿਲਾਂ ਗੱਲਾਂ ਕਰਦੇ ਸੀ, ਬੁੱਧੀਜੀਵੀ ਤਾਂ ਪਹਿਲਾਂ ਕਰਦੇ ਸੀ ਕਿ ਗੈਰ ਸਮਝੌਤੇ ਆ ਜਿਹੜੇ ਉਹ ਖਤਰਨਾਕ ਹੈ, ਦੇਸ਼ ਦੇ ਆਉਣ ਵਾਲੇ ਸਮੇਂ ਲਈ ਹੌਲੀ ਲਾਗੂ ਹੋ ਰਹੇ ਆ। ਪਰ ਹੁਣ ਇੱਕ ਆਮ ਕਿਸਾਨ ਦੀ ਵੀ ਚੇਤਨਤਾ ਬਣਨੀ, ਇਹ ਵੀ ਇੱਕ ਪ੍ਰਾਪਤੀ ਅੰਦੋਲਨ ਦੀ। ਨਹੀਂ, ਅੰਦੋਲਨ ਦੀ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਜੀ। ਕਿਸਾਨਾਂ ਨੂੰ ਅਵੇਅਰਨੈਸ ਆਉਣਾ, ਕਿਸਾਨਾਂ ਨੂੰ ਇਹ ਸਮਝ ਆ ਜਾਣਾ ਕਿ ਜਿਵੇਂ ਹੁਣ ਅਸੀਂ ਮਤਲਬ ਬੋਲ ਕੇ ਜਦੋਂ ਦੱਸਦੇ ਹਾਂ ਤਾਂ ਕਿਸਾਨ ਫੋਲੋ ਕਰਦੇ ਆ ਗੱਲ ਨੂੰ, ਕਿਸਾਨ ਸੁਣਨਾ ਚਾਹੁੰਦੇ ਇਸ ਗੱਲ ਨੂੰ। ਅੱਗੇ ਤਾਂ ਕਿਸਾਨ ਬੈਠਣਾ ਵਾਜਬ ਨਹੀਂ ਸਮਝਦੇ ਸੀ। ਇਹ ਚੇਤਨਤਾ ਦੀ ਨਿਸ਼ਾਨੀ ਹੈ। ਕਿਸਾਨਾਂ ਦੀ ਅਵੇਅਰਨੈਸ ਕੱਲੀ ਨਹੀਂ, ਇਹ ਤੋਂ ਗਾਂ ਬਹੁਤ ਕੁਝ ਹੋਰ ਹੋਇਆ। ਜਿਵੇਂ ਨੋਟ ਕਰੋ ਤੁਸੀਂ, ਸਾਡਾ ਸੱਭਿਆਚਾਰ ਪੂਰੀ ਤਰ੍ਹਾਂ ਮਤਲਬ ਬਰਬਾਦ ਹੋ ਚੱਲਿਆ ਸੀ ਔਰ ਸਾਡੇ ਗਾਣਿਆਂ ਦੇ ਵਿੱਚ ਉਹ ਗੰਦ ਨਿਕਲ ਗਿਆ। ਅੱਜ ਕਿਸਾਨੀ ਦੇ ਗਾਣੇ ਆਉਣੇ ਸ਼ੁਰੂ ਹੋ ਗਏ। ਸਾਨੂੰ ਇੱਕ ਨਵੀਂ ਸੇਧ ਮਿਲਣੀ ਸ਼ੁਰੂ ਹੋਈ ਹੈ। ਮੈਨੂੰ ਇਹ ਲੱਗਦਾ ਕਿ ਇਸ ਅੰਦੋਲਨ ਨੇ ਘੱਟੋ ਘੱਟ ਇੱਕ ਪੀੜ੍ਹੀ ਸਾਡੀ ਜਿਹੜੀ ਅਗਲੀ ਹੈ ਉਹ ਪੀੜ੍ਹੀ ਬਚਾਤੀ। ਉਹ ਪੀੜ੍ਹੀ ਬਚ ਜਾਣਾ, ਉਦੋਂ ਗਾਂ ਫਿਰ ਮਤਲਬ ਉਹਨੂੰ ਕਿਵੇਂ ਕੰਟਰੋਲ ਰੱਖਣਾ ਗਾਂ ਦੀ ਲੰਮੀ ਗੱਲ ਹੈ, ਲੇਕਿਨ ਇੱਕ ਪੀੜ੍ਹੀ ਨੂੰ ਬਚਾਉਣ 'ਚ ਅਸੀਂ ਸਫਲ ਹੋਏ। ਦੂਸਰੀ ਗੱਲ,
ਇਸ ਅੰਦੋਲਨ ਦੇ ਨਾਲ ਜਿਹੜੀ ਸਿੱਖੀ ਸਰੂਪ ਨੂੰ ਇਦੋਂ ਪਹਿਲਾਂ 1984 ਵੇਲੇ ਉਦੋਂ ਅੱਗੇ ਪਿੱਛੇ ਜੋ ਠੇਸ ਪਹੁੰਚੀ, ਜੋ ਲੋਕਾਂ ਦੇ ਪ੍ਰਤੀ ਸਿੱਖੀ ਸਰੂਪ ਪ੍ਰਤੀ ਤਰ੍ਹਾਂ ਤਰ੍ਹਾਂ ਦੇ ਗਲਤ ਵਿਚਾਰ ਬਣੇ ਸੀ, ਉਹਨਾਂ ਨੂੰ ਅੱਜ ਵਾਸ਼ ਕਰਨ ਦੇ ਵਿੱਚ, ਉਹਨੂੰ ਮੁੜ ਦੁਬਾਰਾ ਸਿੱਖੀ ਦੀ ਉਸ ਵਿਚਾਰਧਾਰਾ ਨੂੰ ਬਹਾਲ ਕਰਨ ਦੇ ਵਿੱਚ ਇਹ ਅੰਦੋਲਨ ਦਾ ਅਹਿਮ ਭੂਮਿਕਾ ਹੈ ਔਰ ਉਹ ਅਹਿਮ ਭੂਮਿਕਾ ਨਿਭਾਈ ਹੈ। ਜਿਹੜੀ ਬੀਜੇਪੀ, ਇੱਕ ਗੱਲ ਹੋਰ ਬਹੁਤ ਵੱਡੀ ਹੋਈ ਹੈ ਇਸ ਅੰਦੋਲਨ 'ਚ ਕਿ ਦੇਖੋ, ਜਿਹੜੀ ਬੀਜੇਪੀ ਇਹ ਸੋਚਦੀ ਸੀ ਕਿ ਬੀਜੇਪੀ ਦਾ ਰੱਥ ਥੰਮਣ ਵਾਲਾ ਨਹੀਂ, ਇਹਨੂੰ ਕੋਈ ਰੋਕਣ ਵਾਲਾ ਹੀ ਹੈ ਨਹੀਂ, ਔਰ ਜੇ ਇਹਨਾਂ ਨੇ GST ਲਾਗੂ ਕੀਤਾ ਤਾਂ ਵਪਾਰੀਆਂ ਦੀ ਨਹੀਂ ਸੁਣੀ, ਜੇ ਇਹਨਾਂ ਨੇ ਧਾਰਾ 370 ਉੱਥੋਂ ਖਤਮ ਕੀਤੀ ਤਾਂ ਉਹਨਾਂ ਨੇ ਕੋਈ ਇਹਨਾਂ ਦੀ ਗੱਲ ਸੁਣਨ ਵਾਲਾ, ਕੋਈ ਇਹਨਾਂ ਨੂੰ ਅੱਗੋਂ ਰੋਕਣ ਵਾਲਾ ਨਹੀਂ, ਉਹ CAA ਲੈ ਕੇ ਆਏ ਤਾਂ ਇਹ ਗੱਲ ਆ ਗਈ ਕੋਈ ਰੋਕਣ ਵਾਲਾ ਨਹੀਂ। ਤਾਂ ਇੱਥੇ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਕਿ ਨਹੀਂ, ਅਗਰ ਜਮਾਤ ਉੱਠ ਕੇ ਖੜੀ ਹੋ ਜੇ ਤਾਂ ਇਹਨਾਂ ਨੂੰ ਠੱਲਿਆ ਜਾ ਸਕਦਾ ਹੈ। ਦੁਨੀਆ ਦੇ ਵੱਡੇ ਤੋਂ ਵੱਡੇ ਡਿਕਟੇਟਰਸ਼ਿਪ ਨੂੰ ਵੀ ਠੱਲਿਆ ਜਾ ਸਕਦਾ ਹੈ। ਇਹ ਲੋਕਾਂ ਨੇ ਅੱਜ ਸਿੱਧ ਕਰਤਾ। ਇੱਕ ਕਿਸਾਨਾਂ ਤੋਂ ਜਮ੍ਹਾਂਬੰਦੀਆਂ ਮੰਗੀਆਂ ਜਾ ਰਹੀਆਂ, ਕਿਹਾ ਵੀ ਇਹ ਜਾ ਰਿਹਾ ਕਿ ਝੋਨੇ ਦੀ ਆਉਣ ਵਾਲੀ ਫਸਲ ਤੇ ਇੱਕ ਲਿਮਟ ਬਣ ਦਿੱਤੀ ਜਾਊ ਕਿ ਇੰਨਾ ਹੀ ਏਕੜ ਵਾਲੇ ਤੋਂ ਇੰਨਾ ਹੀ ਝੋਨਾ ਖਰੀਦਣਾ ਹੈ। ਉਹਦਾ ਫਿਰ ਕਿਵੇਂ ਜਿਹੜਾ ਅੱਗੇ ਜਾ ਕੇ ਕਿਸਾਨਾਂ ਨੂੰ ਦੇਖੋ, ਉਹ ਜਿਹੜਾ ਹੈ ਨਾ ਜੀ, ਉਹ ਇਨਡਾਇਰੈਕਟ ਢੰਗ ਦੇ ਨਾਲ ਉਹ ਇੱਕ ਗੈਟ ਨੂੰ ਲਾਗੂ ਕਰਨ ਦੀ ਹੀ ਮਤਲਬ ਪਾਲਿਸੀ ਦਾ ਹਿੱਸਾ ਨੇ। ਕਿਉਂਕਿ ਦੇਖੋ, ਗੈਟ ਇਹ ਕਹਿੰਦਾ ਹੈ ਕਿ 8.5% 2005 ਤੋਂ ਜਿੰਨਾ ਖਾਦਿਆ ਪਦਾਰਥ ਭਾਰਤ ਦੇ ਲੋਕਾਂ ਨੇ ਵਰਤਣਾ ਹੈ ਉਹਦਾ 8.5% ਫੋਰਨ ਕੰਟਰੀਜ਼ ਤੋਂ ਉਹ ਮੰਗਵਾਉਣਾ ਪੈਣਾ ਹੈ, ਔਰ ਉਹ ਵੀ ਉਹਦੇ ਤੇ ਜਿਹੜਾ ਦਰ ਵੀ ਲੱਗਣੀ ਹੈ ਟੈਕਸ ਦੀ, ਉਹ ਵੀ ਇੱਕ ਮਤਲਬ ਸੀਮਾਬੱਧ ਢੰਗ ਦੇ ਨਾਲ ਲੱਗਣੀ ਹੈ। ਆਪਦੀ ਮਰਜ਼ੀ ਨਾਲ ਭਾਰਤ ਨਹੀਂ ਲਾ ਸਕਦਾ। ਹੁਣ ਉਹ ਜਿਹੜਾ ਆਉਣਾ ਬਾਹਰਲਾ, ਉਹਦਾ ਵਿਰੋਧ ਹੋਣਾ ਭਾਰਤ ਦੇ ਅੰਦਰ, ਉਹਨੂੰ ਕਿਵੇਂ ਰੋਕਣਾ ਹੈ? ਉਹਨੂੰ ਰੋਕਣ ਦਾ ਇੱਕ ਰਸਤਾ ਹੈ ਕਿ ਕਿਸਾਨਾਂ ਦੀ, ਜਦੋਂ ਉਹ ਆਇਆ, ਕਿਸਾਨਾਂ ਦੀ ਫਸਲ ਨਹੀਂ ਵਿਕਣੀ, ਜਦੋਂ ਕਿਸਾਨਾਂ ਦੀ ਫਸਲ ਨਾ ਵਿਕੀ ਫਿਰ ਕਿਸਾਨ ਅੰਦੋਲਨ ਕਰਨਗੇ, ਫਿਰ ਰੌਲਾ ਪਾਉਣਗੇ। ਇਸ ਕਰਕੇ ਇੱਕ ਨਿਯਮ ਲੈ ਕੇ ਆਓ ਜਿਹੜਾ ਰਾਜਸਥਾਨ ਦੇ ਵਿੱਚ, ਹਰਿਆਣੇ 'ਚ ਪਹਿਲਾਂ ਲਿਆ ਚੁੱਕੇ ਨੇ ਕਿ ਦੇਖੋ ਜੀ, ਤੁਸੀਂ ਆਪਦੀਆਂ ਜਮ੍ਹਾਂਬੰਦੀਆਂ ਦਿਓ, ਤੁਹਾਡੇ ਕੋਲੇ ਕਿੰਨੀ ਜ਼ਮੀਨ ਹੈ। ਫਿਰ ਐਗਰੀਕਲਚਰ ਯੂਨੀਵਰਸਿਟੀ ਕਹੇਗੀ, ਐਗਰੀਕਲਚਰ ਡਿਪਾਰਟਮੈਂਟ ਕਹੇਗਾ ਕਿ ਜੀ ਇਹਨਾਂ ਦਾ ਜਿਹੜਾ ਐਵਰੇਜ ਝਾੜ ਹੈ, ਜਿਹੜਾ ਯੀਲਡ ਹੈ, ਉਹ ਇੰਨਾ ਹੈ। ਉਹ ਜਿਹੜਾ ਐਵਰੇਜ ਸਾਡਾ ਯੀਲਡ ਕੱਢਣਗੇ, ਉਹ ਮੰਨ ਲਓ ਸਾਡੇ ਐਕਚੁਅਲੀ ਯੀਲਡ ਨਾਲੋਂ 10 ਕੁਇੰਟਲ 5 ਕੁਇੰਟਲ ਦਾ ਡਿਫਰੈਂਸ ਰਹਿ ਗਿਆ। ਉਹ ਜਿਹੜਾ ਡਿਫਰੈਂਸ ਰਹੇਗਾ ਉਹ ਕਿਸਾਨਾਂ ਦੀ ਫਸਲ ਮਤਲਬ ਖਰੀਦਣ ਤੋਂ ਪਾਸੇ ਹੋ ਜਾਣਗੇ ਵੀ ਇਹ ਨਹੀਂ ਅਸੀਂ ਖਰੀਦਣੀ। ਉਹ ਇਸ ਵਾਸਤੇ ਰਾਹ ਖੋਲ੍ਹ ਰਹੇ ਨੇ ਕਿ ਇਹਨੂੰ, ਜੇ ਉਹ ਖਰੀਦ ਕੇ ਇਹ ਨਾ ਖਰੀਦੀ ਗਈ, ਬਾਹਰਲਾ ਮਾਲ ਮੰਗਵਾ ਕੇ ਇਹ ਨਾ ਖਰੀਦੀ ਗਈ ਤਾਂ ਲੋਕ ਰੌਲਾ ਪਾਉਣਗੇ। ਇਹਨਾਂ ਨੂੰ ਪਹਿਲਾਂ ਹੀ ਹੋਵੇ ਕਿ ਇਸ ਕਾਨੂੰਨ ਦੇ ਕਰਕੇ ਸਾਡੀ ਤਾਂ ਨਹੀਂ ਖਰੀਦੀ ਗਈ, ਇਸ ਕਰਕੇ ਬਾਹਰਲੇ ਦਾ ਕੋਈ ਅਸਰ ਨਹੀਂ। ਉਹ ਲੋਕਾਂ ਨੂੰ ਇੱਕ ਤਰ੍ਹਾਂ ਦਾ ਭੁਲੇਖਾ ਪਾਉਣ ਵਾਸਤੇ ਗੈਟ ਨੂੰ ਟੇਢੇ ਢੰਗ ਨਾਲ ਲਾਗੂ ਕਰਨ ਦੀ ਇੱਕ ਸਾਜ਼ਿਸ਼ ਹੈ। ਅਸੀਂ ਸਪਸ਼ਟ ਕਹਿੰਦੇ ਹਾਂ ਇਹ, ਔਰ ਆਪ ਦੇ ਮਾਧਿਅਮ ਦੇ ਰਾਹੀਂ ਵੀ ਕਿਸਾਨਾਂ ਨੂੰ ਅਪੀਲ ਕਰਾਂਗੇ ਕਿ ਬਿਲਕੁਲ ਅਜਿਹੀਆਂ ਜਿਹੜੇ ਨਾਦਰਸ਼ਾਹੀ ਫਰਮਾਨ ਹੈ, ਅਗਰ ਅਸੀਂ ਇਹਨਾਂ ਦੇ ਲਾਗੂ ਕਰਨ ਲੱਗੇ, ਇਹਨਾਂ ਦੇ ਮੰਨਣ ਲੱਗੇ ਤਾਂ ਸਮਝ ਲਓ ਕਾਨੂੰਨ ਵੀ ਮੰਨ ਲਏ ਫਿਰ ਤਾਂ। ਸੋ ਇਸ ਕਰਕੇ ਦਾ ਡਟਵਾਂ ਵਿਰੋਧ ਕਰੋ ਲੋਕੋ। ਅਸੀਂ ਤੁਹਾਡੇ ਨਾਲ ਹੈ, ਜਥੇਬੰਦੀਆਂ ਤੁਹਾਡੇ ਨਾਲ ਖੜਨਗੀਆਂ। ਕਿਸੇ ਵੀ ਕੀਮਤ ਦੇ ਉੱਤੇ ਅਸੀਂ ਅਜਿਹੀ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ। ਕਿਵੇਂ ਕੋਈ ਕੇਂਦਰ ਵੱਲੋਂ ਜਿਹੜੀ ਗੱਲਬਾਤ ਰੁਕੀ ਸੀ, ਸੁਣਿਆ ਕਹਿੰਦੇ ਵੀ ਅੰਦਰੋਂ ਅੰਦਰ ਹੀ ਫਿਰ ਵੀ ਸੁਨੇਹੇ ਆ ਰਹੇ ਕਿਤੇ ਝੁਕ ਰਹੀ ਹੈ ਸਰਕਾਰ, ਹੈ ਅਜਿਹੀ ਗੱਲ ਕੋਈ? ਨਹੀਂ, ਦੇਖੋ, ਮੇਰੇ ਕੋਲ ਹਜੇ ਤੱਕ ਕੋਈ ਗੱਲ ਨਹੀਂ ਆਈ। ਠੀਕ ਹੈ, ਐਵੇਂ ਮੈਂ ਕੋਈ ਗੱਲ ਹਵਾ 'ਚ ਕਰਾਂ ਤਾਂ ਠੀਕ ਨਹੀਂ ਹੁੰਦੀ। ਮੇਰੇ ਕੋਲ ਕੋਈ ਗੱਲ ਨਹੀਂ ਆਈਗੀ। ਅੱਜ 9 ਮੈਂਬਰੀ ਕਮੇਟੀ ਦੀ ਇੱਕ ਮੀਟਿੰਗ ਹੋਈ ਹੈ ਉੱਥੇ, ਮੈਂ ਤਾਂ ਪੰਜਾਬ 'ਚ ਸੀਗਾ। ਠੀਕ ਹੈ ਜੀ। ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਕੋਈ ਗੱਲ ਆ ਗਈ ਹੋਵੇ ਤਾਂ ਮੈਨੂੰ ਪਤਾ ਨਹੀਂ। ਉਹ ਕਾਕਾ ਸਿੰਘ ਕੋਟੜਾ ਨਾਲ ਰਾਤ ਨੂੰ ਮੇਰੀ ਗੱਲ ਹੋਏਗੀ, ਸਾਡੇ ਜਨਰਲ ਸੈਕਟਰੀ ਜੀ ਨਾਲ, ਉਹ ਦੱਸਣਗੇ ਉੱਥੋਂ ਦੀ ਮੀਟਿੰਗ ਦੇ ਕੀ ਮਤਲਬ ਪ੍ਰੋਗਰੈਸ ਹੈ, ਉਹ ਸਾਰੀ ਤੇ ਅਸੀਂ ਗੱਲਬਾਤ ਕਰਾਂਗੇ ਰਾਤ ਨੂੰ। ਕੀ ਲੱਗ ਰਿਹਾ ਡੱਲੇਵਾਲ ਸਾਹਿਬ ਵੀ ਕਦੋਂ ਕੁ ਤੱਕ ਜਿਹੜੇ ਖੇਤੀ ਕਾਨੂੰਨ ਹੈ ਵਾਪਸ ਲੈ ਜਾਣਗੇ, ਜਾਂ ਕਦੋਂ ਤੱਕ ਸਰਕਾਰ ਨਾਲ ਜਿਹੜੀ ਗੱਲਬਾਤ ਨਿਪੜੇ ਚੜ ਜੂਗੀ? ਇਹ ਬੀਜੇਪੀ ਦੀ ਸਿਆਣਪ ਤੇ ਮੂਰਖਤਾ ਤੇ ਡਿਪੈਂਡ ਕਰਦੀ ਹੈ। ਠੀਕ ਹੈ। ਅਗਰ ਉਹਨਾਂ 'ਚ ਸਿਆਣਪ ਹੋਈ ਤਾਂ ਉਹਨਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਬੀਜੇਪੀ ਦੀ ਪਪੂਲੈਰਿਟੀ ਹੈ ਜਿਹੜੀ 66% ਤੋਂ ਘਟ ਕੇ 24% ਤੇ ਆ ਗਈ ਇਸ ਅੰਦੋਲਨ ਦੀ ਬਦੌਲਤ। ਅਗਰ ਇਹ ਅੰਦੋਲਨ ਹੋਰ ਚੱਲ ਗਿਆ ਤਾਂ ਬੀਜੇਪੀ ਦਾ ਬੁਰੀ ਤਰ੍ਹਾਂ ਮਤਲਬ ਸਤਿਆਨਾਸ਼ ਕਰੇਗਾ। ਇਹ ਤਾਂ ਕੰਧ ਤੇ ਲਿਖੀ ਹੋਈ ਗੱਲ ਹੈ, ਕਲੀਅਰ ਕੱਟ ਤੇ ਰਿਪੋਰਟਾਂ ਆ ਗਈਆਂ ਬਾਹਰ। ਹੁਣ ਮੈਂ ਕਹੇ ਸੀਗੀ ਕਿ ਬੀਜੇਪੀ ਦੀ ਸਮਝਦਾਰੀ ਤੇ ਮੂਰਖਤਾ ਤੇ ਡਿਪੈਂਡ ਕਰਦਾ ਹੈ। ਅਗਰ ਉਹਨਾਂ 'ਚ ਸਮਝਦਾਰੀ ਹੋਈ ਤਾਂ ਜਲਦੀ ਕਾਨੂੰਨ ਰੱਦ ਕਰਕੇ ਅੰਦੋਲਨ ਨੂੰ ਸਮਾਪਤ ਕਰਾਉਣਗੇ। ਅਗਰ ਉਹਨਾਂ ਦੇ ਵਿੱਚ ਮੂਰਖਤਾ ਹੋਈ ਤਾਂ ਅੰਦੋਲਨ ਲੰਬਾ ਖਿੱਚਣਗੇ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜੇ ਉਹ ਅੰਦੋਲਨ ਲੰਬਾ ਖਿੱਚਣ ਵਾਲੇ ਪਾਸੇ ਸੋਚ ਜਾਂਦੇ ਆ ਤਾਂ ਸਮਝ ਲਓ ਬੀਜੇਪੀ ਦਾ ਬਿਲਕੁਲ ਜਿਹੜੀ ਪਪੂਲੈਰਿਟੀ ਹੈ ਉਹ 0% ਤੇ ਲੈ ਜਾਣਗੇ, ਔਰ ਇੱਕ ਵੀ ਸੀਟ ਪੂਰੇ ਭਾਰਤ ਦੇ ਵਿੱਚੋਂ ਬੀਜੇਪੀ ਨਹੀਂ ਜਿੱਤ ਸਕਦੀ। ਇਹ ਬੀਜੇਪੀ ਦੇ ਇੱਕ ਆਗੂ ਵੱਲੋਂ ਬਿਆਨ ਦਿੱਤਾ ਗਿਆ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਗ੍ਹਾ ਮੈਂ ਹੁੰਦਾ, ਡੰਡੇ ਮਾਰ-ਮਾਰ ਭਜਾ ਹੁੰਦਾ ਇਹਨਾਂ ਨੂੰ। ਕੀ
ਕੀ ਦੇਖਦੇ ਹੋ ਉਹਨਾਂ ਦੇ ਬਿਆਨ ਨੂੰ? ਅਜਿਹੇ ਬਿਆਨ ਵਾਰ-ਵਾਰ ਆਉਂਦੇ ਆ ਉਹਨਾਂ ਵੱਲ। ਦੇਖੋ ਗੱਲ ਕੀ ਹੈ, ਬੀਜੇਪੀ, ਕੈਪਟਨ ਅਮਰਿੰਦਰ, ਅਕਾਲੀ ਦਲ ਵਾਲੇ, ਇਹ ਸਾਰੇ ਰਲ ਮਿਲ ਕੇ ਇੱਕ ਗੇਮ ਖੇਡ ਰਹੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਾਨੂੰਨ ਅਗਰ ਰੱਦ ਹੋ ਗਏ, ਹੁਣ ਬੀਜੇਪੀ ਦੇ ਜਿਹੜੇ ਲੀਡਰ ਤੇ ਆਪਾਂ ਗੱਲ ਪਹਿਲਾਂ ਕਰਦੇ ਹਾਂ ਕਿ ਬੀਜੇਪੀ ਦੇ ਲੀਡਰ ਦੀ ਉਹਦੀ ਕੋਈ ਔਕਾਤ ਨਹੀਂ, ਉਹ ਕਿਸੇ ਜ਼ਿੰਮੇਵਾਰੀ ਦੇ ਵਿੱਚ ਨਹੀਂ, ਕੋਈ ਉਹਦੇ ਕੋਲੇ ਅਹੁਦਾ ਨਹੀਂ, ਕੋਈ ਉਹ ਉਹਨਾਂ ਦਾ ਬੁਲਾਰਾ ਨਹੀਂ। ਕੱਲ ਮੇਰੇ ਨਾਲ ਉਹਨਾਂ ਦਾ ਇੱਕ ਬਹਿਸ ਦੇ ਵਿੱਚ ਕੁਲਦੀਪ ਸਿੰਘ ਨਾਂ ਦਾ ਕੋਈ ਆਦਮੀ ਬੈਠਾ ਸੀ ਧਾਲੀਵਾਲ, ਉਹ ਗੱਲਬਾਤ ਕਰ ਰਿਹਾ ਸੀ, ਉਹ ਕਹਿੰਦਾ ਵੀ ਸਾਡਾ ਬੁਲਾਰਾ ਹੀ ਨਹੀਂ, ਉਹ ਐਵੇਂ ਆਪਦੀ ਮਰਜ਼ੀ ਨਾਲ ਬੋਲੀ ਜਾਂਦਾ ਹੈ। ਪਰ ਅਸੀਂ ਮੰਨਦੇ ਹਾਂ ਉਹ ਆਪਦੀ ਮਰਜ਼ੀ ਨਾਲ ਨਹੀਂ ਬੋਲਿਆ, ਜਿੰਨੇ ਉਹਨੂੰ ਸੁਣ ਰਹੇ ਸਰੋਤੇ ਸੀ ਜਦੋਂ ਉਹਨੇ ਇਹ ਸ਼ਬਦ ਬੋਲੇ ਉਹਨਾਂ ਨੇ ਤਾੜੀਆਂ ਮਾਰੀਆਂ। ਇਹਦਾ ਮਤਲਬ ਜਿਹੜਾ ਕੁਝ ਉਹਨੇ ਬੋਲਿਆ ਉਹਨੇ ਬੀਜੇਪੀ ਦੀ ਸੋਚ ਮੁਤਾਬਕ ਬੋਲਿਆ। ਤੋ ਬੀਜੇਪੀ ਦੀ ਜਿਹੜੀ ਸੋਚ ਹੈ ਉਹ ਇਹ ਹੈ। ਹੁਣ ਇਹ ਲੋਕ ਇਹ ਕੀ ਸੋਚਦੇ ਆ ਜਿਨ੍ਹਾਂ ਦਾ ਕੋਈ ਵਜੂਦ ਨਹੀਂ, ਉਹ ਇਹ ਮੰਨਦੇ ਆ ਕਿ ਅਗਰ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਹਾਲਾਤ ਵਿਗੜ ਜਾਣ ਤਾਂ ਬੀਜੇਪੀ ਦੇ ਮਤਲਬ ਜਿਹੜਾ ਹੈ ਉਹ ਜਿਹੜੀ ਉਹਨਾਂ ਦੀ ਭਾਵਨਾ ਹੈ ਉਹਨੂੰ ਅਸੀਂ ਸਫਲ ਹੋਵਾਂਗੇ। ਇੱਕ ਤਾਂ ਗੱਲ ਇਹ ਉਹਨਾਂ ਦੀ, ਦੂਜੀ ਉਹਨਾਂ ਦੀ ਇਹ ਹੈ ਕਿ ਜੇ ਇਹ ਨਾ ਹੋ ਸਕਿਆ ਤਾਂ ਘੱਟੋ ਘੱਟ ਜੇ ਮੇਰੇ ਛਿੱਤਰ ਵੱਜ ਜਾਣ ਚਾਰ ਤਾਂ ਮੈਂ ਜ਼ਰੂਰ ਬੀਜੇਪੀ ਦੀ ਹਾਇਰ ਜਿਹੜੀ ਅਥਾਰਟੀਜ਼ ਨੇ, ਲੀਡਰਸ਼ਿਪ ਹੈ ਜਿਹੜੀ, ਉਹਨਾਂ ਦੀ ਨਿਗਾਹ 'ਚ ਆ ਜਾ। ਹੋ ਸਕਦਾ ਇਹ ਭਾਵਨਾ ਹੋਵੇ, ਉਹ ਕਿਸੇ ਇਹੋ ਜਿਹੀ ਭਾਵਨਾ ਨਾਲ ਵੀ ਕਰ ਸਕਦੇ ਨੇ ਲੋਕ। ਸੋ ਇਹਨਾਂ ਦੀ ਤਾਂ ਇਹ ਗੱਲ ਹੈ। ਜਿਹੜੀ ਦੂਸਰਿਆਂ ਦੀ ਗੱਲ ਹੈ ਉਹ ਇਹ ਆ ਕਿ ਗੈਟ 'ਚੋਂ ਇਹ ਕਾਨੂੰਨ ਨਿਕਲ ਕੇ ਆਏ ਨੇ, ਇਹ ਸਾਰੇ ਸਮਝਦੇ ਆ, ਅਕਾਲੀ ਵੀ ਸਮਝਦੇ ਆ, ਕਾਂਗਰਸ ਵੀ ਸਮਝਦੀ ਹੈ ਤੇ ਬੀਜੇਪੀ ਨੂੰ ਵੀ ਪਤਾ ਹੈ, ਆਮ ਆਦਮੀ ਪਾਰਟੀ ਵੀ ਸਮਝਦੀ ਹੈ ਕਿ ਜਿੰਨਾ ਚਿਰ ਭਾਰਤ ਗੈਟ 'ਚੋਂ ਬਾਹਰ ਨਹੀਂ ਆਉਂਦਾ ਉਹਨਾਂ ਚਿਰ ਇਹ ਕਾਨੂੰਨ ਰਹਿਣਗੇ, ਇਹ ਕਾਨੂੰਨ ਲਾਗੂ ਕਰਨੇ ਪੈਣਗੇ। ਹੁਣ ਕਾਂਗਰਸ ਇਹ ਸੋਚਦੀ ਹੈ ਵੀ ਉਹਨਾਂ ਦੇ ਦੋ ਹੱਥਾਂ 'ਚ ਲੱਡੂ ਹੈ, ਜੇ ਤਾਂ ਉਹ ਚੁੱਪ ਕਰਕੇ ਬੈਠੇ ਨੇ, ਬੀਜੇਪੀ ਕਾਨੂੰਨ ਲਾਗੂ ਕਰਕੇ ਫਸ ਗਈ। ਹੁਣ ਬੀਜੇਪੀ ਨਾਲੇ ਤਾਂ ਮਰਦੀ ਜਾ ਰਹੀ ਦਿਨੋਂ ਦਿਨ, ਨਾਲੇ ਤਾਂ ਸਰਕਾਰ ਵਿਰੋਧੀਆਂ ਦੀ ਬਣੇਗੀ ਤੇ ਨਾਲੇ ਕਾਨੂੰਨ ਲਾਗੂ ਕਰਾ ਦੇਣਗੇ ਇਹਨਾਂ ਤੋਂ। ਸੋ ਇਸ ਕਰਕੇ ਅੱਜ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਖਿਲਾਫ ਜਿਹੜਾ ਬੋਲ ਰਿਹਾ ਨਾ, ਉਹ ਇਸੇ ਕਰਕੇ ਬੋਲ ਰਿਹਾ, ਉਹ ਸੁਨੇਹਾ ਦਿੰਦੇ ਰਿਹਾ ਇੱਕ ਮੋਦੀ ਜੀ ਨੂੰ ਕਿ ਫਿਕਰ ਨਾ ਕਰ, ਅਸੀਂ ਵੀ ਤੇਰੇ ਨਾਲ ਖੜੇ ਹਾਂ, ਘਬਰਾ ਨਾ, ਕਾਨੂੰਨ ਰੱਦ ਕਰਨ ਦੀ ਲੋੜ ਨਹੀਂ, ਐਵੇਂ ਦਿਲ ਨਾ ਛੱਡ। ਉਹਨੂੰ ਹੌਸਲਾ ਅਫਜ਼ਾਈ ਕਰ ਰਹੇ ਨੇ ਮੋਦੀ ਦੀ ਇਹ, ਔਰ ਜਿਹੜਾ ਉਹਨਾਂ ਦੇ ਅੱਜ ਇਹ ਜਿਹੜੀ ਬਿਆਨਬਾਜ਼ੀ ਹੈ ਇਹ ਸਿੱਧ ਕਰਦੀ ਹੈ। ਬਹੁਤ ਬਹੁਤ ਧੰਨਵਾਦ ਡੱਲੇਵਾਲ ਸਾਹਿਬ। ਬਹੁਤ ਮਿਹਰਬਾਨੀ। ਤਾਂ ਅਸੀਂ ਗੱਲਬਾਤ ਕੀਤੀ ਜਗਜੀਤ ਸਿੰਘ ਡੱਲੇਵਾਲ ਨਾਲ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ। ਉਹਨਾਂ ਕਿਹਾ ਕਿ ਬੀਜੇਪੀ ਦੇ ਲੀਡਰਾਂ ਵੱਲੋਂ ਜਿਹੜੇ ਬਿਆਨ ਦਿੱਤੇ ਜਾਂਦੇ ਆ, ਬੇਸ਼ੱਕ ਉਹ ਕਹਿ ਦੇਣ ਕਿ ਉਹਨਾਂ ਦੇ ਨਿੱਜੀ ਹੈ, ਪਰ ਕਿਤੇ ਨਾ ਕਿਤੇ ਬੀਜੇਪੀ ਦੀ ਸੋਚ, ਬੀਜੇਪੀ ਦੀ ਮਨਸ਼ਾ ਜ਼ਾਹਰ ਹੁੰਦੀ ਹੈ ਕਿ ਉਹ ਕਿਸਾਨਾਂ ਪ੍ਰਤੀ ਕਿਹੋ ਜਿਹੀ ਸੋਚ ਰੱਖਦੇ ਆ। ਨਾਲ ਹੀ ਉਹਨਾਂ ਕਿਹਾ ਕਿ ਸਮੁੱਚੀਆਂ ਰਾਜਨੀਤਿਕ ਪਾਰਟੀਆਂ, ਉਹ ਸਾਰੀਆਂ ਰਾਜਨੀਤਿਕ ਪਾਰਟੀਆਂ ਜੋ ਗੈਟ ਦੇ ਸਮਝੌਤੇ ਆ ਉਹਨਾਂ ਨੂੰ ਲਾਗੂ ਕਰਨਗੀਆਂ ਹੀ ਕਰਨਗੀਆਂ, ਕਿਉਂਕਿ ਭਾਰਤ ਗੈਟ ਦੇ ਅੰਦਰ ਹੈ, ਜਿਸ ਕਰਕੇ ਬੇਸ਼ੱਕ ਉੱਪਰੋਂ ਕੁਝ ਕਹੀ ਜਾਣ ਪਰ ਅੰਦਰੋਂ ਨੀਤੀਆਂ ਸਭ ਦੀਆਂ ਇੱਕ ਹੈ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ TV।